GGN ਮੀਡੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਜਸਮੀਤ ਕੌਰ ਨਿੱਘਾ ਸਵਾਗਤ ਕਰਦੀ ਹਾਂ। ਕੇਂਦਰ ਸਰਕਾਰ ਵੱਲੋਂ ਪਿਛਲੇ ਦਿਨੀ ਖੇਤੀ ਕਾਨੂੰਨਾਂ ਨੂੰ ਲੈ ਕੇ ਕੁਝ ਬਿੱਲ ਪਾਸ ਕੀਤੇ ਗਏ ਜੋ ਕਿਸਾਨਾਂ ਨੂੰ ਫਾਇਦੇਮੰਦ ਨਾ ਨਜ਼ਰ ਆਏ ਅਤੇ ਉਹਨਾਂ ਨੇ ਅੰਦੋਲਨ ਕਰਨ ਦਾ ਫੈਸਲਾ ਲਿਆ ਅਤੇ ਕਿਸਾਨ ਵੀਰ ਅੱਜ ਵੀ ਇਸ ਸੰਘਰਸ਼ ਵਿੱਚ ਡਟੇ ਹੋਏ ਨੇ। ਪਰ ਕੁਝ ਅਜਿਹੀਆਂ ਸੰਸਥਾਵਾਂ ਵੀ ਸਾਹਮਣੇ ਆਈਆਂ ਜਿਨ੍ਹਾਂ ਨੇ ਇਸ ਮੌਕੇ ਦਾ ਫਾਇਦਾ ਉਠਾ ਕੇ ਇਸ ਦੇ ਕਾਰਨ ਅਤੇ ਸਿੱਟੇ ਜਾਣਨ ਦੀ ਕੋਸ਼ਿਸ਼ ਕੀਤੀ। ਗੁਜਰਾਂਵਾਲਾ ਖਾਲਸਾ ਐਜੂਕੇਸ਼ਨ ਕਾਉਂਸਲ ਦੇ ਪ੍ਰੈਜ਼ੀਡੈਂਟ ਡਾਕਟਰ SP ਸਿੰਘ ਜੀ ਨੂੰ ਤਾਂਘ ਮਹਿਸੂਸ ਹੋਈ ਕਿ ਉਹ ਇਸ ਨੂੰ ਕੇਸ ਸਟੱਡੀ ਵਜੋਂ ਪਰਖਣ। ਉਹਨਾਂ ਦਾ ਸਾਥ ਦਿੱਤਾ ਗੁਜਰਾਂਵਾਲਾ ਗੁਰੂ ਨਾਨਕ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਨੇ। ਉੱਥੋਂ ਦੇ ਡਾਇਰੈਕਟਰ ਪ੍ਰੋਫੈਸਰ MS ਛਾਬੜਾ ਜੀ ਅਤੇ ਪ੍ਰਿੰਸੀਪਲ ਡਾਕਟਰ ਹਰਪ੍ਰੀਤ ਸਿੰਘ ਜੀ, ਉਹਨਾਂ ਨੇ ਇਹ ਫੈਸਲਾ ਕੀਤਾ ਕਿ ਉਹ ਇਸ ਨੂੰ ਕੇਸ ਸਟੱਡੀ ਦੇ ਰੂਪ ਵਜੋਂ ਜਾਂਚਣਗੇ ਅਤੇ ਉੱਥੇ ਜਾ ਕੇ ਗਰਾਊਂਡ ਜ਼ੀਰੋ ਦੀ ਰਿਪੋਰਟ ਕਰਨਗੇ। ਆਓ ਅੱਜ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਅੱਜ GGN ਮੀਡੀਆ ਦੇ ਸਟੂਡੀਓ ਵਿੱਚ ਕਿਸਾਨ ਲਹਿਰ ਉੱਤੇ ਕਾਲਜ ਦੇ ਵੱਲੋਂ ਉਲੀਕੇ ਗਏ ਇੱਕ ਕੇਸ ਸਟੱਡੀ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਨੇ ਗੁਜਰਾਂਵਾਲਾ ਗੁਰੂ ਨਾਨਕ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਦੇ ਡਾਇਰੈਕਟਰ ਪ੍ਰੋਫੈਸਰ ਮਨਜੀਤ ਸਿੰਘ ਜੀ ਤੇ ਪ੍ਰਿੰਸੀਪਲ ਡਾਕਟਰ ਹਰਪ੍ਰੀਤ ਸਿੰਘ ਜੀ। ਅੱਜ ਅਸੀਂ ਇਹਨਾਂ ਨਾਲ ਗੱਲਬਾਤ ਕਰਾਂਗੇ। ਸਰ, GGN ਮੀਡੀਆ ਦੀ ਪੂਰੀ ਟੀਮ ਵੱਲੋਂ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ। ਥੈਂਕ ਯੂ। ਤੇ ਹੁਣ ਮੈਂ ਰਿਕੁਐਸਟ ਕਰਦੀ ਹਾਂ ਡਾਇਰੈਕਟਰ ਸਾਹਿਬ ਨੂੰ ਕਿ ਆਪਣੇ ਵਿਚਾਰ ਪੇਸ਼ ਕਰੇ। ਗੁਜਰਾਂਵਾਲਾ ਗੁਰੂ ਨਾਨਕ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਗੁਜਰਾਂਵਾਲਾ ਖਾਲਸਾ ਐਜੂਕੇਸ਼ਨ ਕਾਉਂਸਲ ਦੀ ਸਰਪ੍ਰਸਤੀ ਅਧੀਨ ਚੱਲਣ ਵਾਲੀ ਇੱਕ ਅਜਿਹੀ ਸੰਸਥਾ ਹੈ ਜੋ ਕਿ ਆਪਣੇ ਆਰੰਭ ਤੋਂ ਇਸ ਸਮਾਜ ਅਤੇ ਸਮਾਜ ਦੀਆਂ ਸਮੱਸਿਆਵਾਂ ਨਾਲ ਜੁੜੀ ਹੋਈ ਹੈ। ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ, ਇਸ ਵੇਲੇ ਕਿਸਾਨ ਸੰਘਰਸ਼ ਆਪਣੀ ਚਰਮ ਸੀਮਾ ਦੇ ਉੱਤੇ ਪਹੁੰਚਿਆ ਹੋਇਆ ਹੈ। ਕਿਸਾਨ ਸੰਘਰਸ਼ ਜਿੱਥੇ ਸਾਰੇ ਹਿੰਦੁਸਤਾਨ ਦੇ ਵਾਸਤੇ ਇੱਕ ਚਾਨਣ ਮੁਨਾਰੇ ਦਾ ਕੰਮ ਕਰ ਰਿਹਾ ਹੈ, ਉੱਥੇ ਸਾਡੇ ਮੈਨੇਜਮੈਂਟ ਦੇ ਵਿਦਿਆਰਥੀਆਂ ਵਾਸਤੇ ਇੱਕ ਵੱਖਰੀ ਕਿਸਮ ਦੀ ਸਾਡੇ ਵਾਸਤੇ ਚੇਤਨਾ ਪੈਦਾ ਕਰਨ ਦੇ ਸਮਰੱਥ ਹੋ ਰਿਹਾ ਹੈ। ਸਾਡੇ ਮੈਨੇਜਮੈਂਟ ਦੇ ਵਿੱਚ ਇੱਕ ਟਰਮ ਜਿਹੜੀ ਹੈ ਉਹ ਕੇਸ ਸਟੱਡੀ ਦੀ ਹੈ, ਜਿੱਥੇ ਅਸੀਂ MBA ਤੇ BBA ਦੇ ਵਿਦਿਆਰਥੀਆਂ ਨੂੰ ਆਮ ਤੌਰ ਦੇ ਉੱਤੇ ਕੇਸ ਸਟੱਡੀ ਕਰਵਾਉਂਦੇ ਹਾਂ, ਜਿਸ ਦੇ ਵਿੱਚ ਕਿਸੇ ਵੀ ਜੀਵੰਤ ਸਮੱਸਿਆ ਨੂੰ ਲੈ ਕੇ ਵਿਦਿਆਰਥੀ ਜਿਹੜੇ ਨੇ ਉਸ ਦੇ ਉੱਤੇ ਆਪਣੀ ਖੋਜ ਪ੍ਰਵਿਰਤੀ ਦੇ ਅਨੁਸਾਰ ਕੰਮ ਕਰਨ ਦਾ ਯਤਨ ਕਰਦੇ ਨੇ। ਸੋ ਸਾਨੂੰ ਮਹਿਸੂਸ ਹੋਇਆ ਹੈ ਕਿ ਕਿਸਾਨ ਸੰਘਰਸ਼ ਜਿੱਥੇ ਸਾਡੇ ਸਮਾਜ ਵਾਸਤੇ ਚੇਤਨਾ ਪੈਦਾ ਕਰ ਰਿਹਾ, ਉੱਥੇ ਮੈਨੇਜਮੈਂਟ ਦੇ ਵਿਦਿਆਰਥੀਆਂ ਵਾਸਤੇ ਵੀ ਇਹ ਆਪਣੇ ਆਪ ਦੇ ਵਿੱਚ ਇੱਕ ਕੇਸ ਸਟੱਡੀ ਦਾ ਕੰਮ ਕਰ ਰਿਹਾ ਹੈ। ਕਿਉਂਕਿ ਦਿੱਲੀ ਦੇ ਵੱਖ-ਵੱਖ ਬਾਰਡਰਾਂ ਦੇ ਉੱਤੇ 5 ਲੱਖ ਦੇ ਕਰੀਬ ਜਿਹੜੇ ਕਿਸਾਨ ਨੇ ਉਹ ਮੌਜੂਦ ਨੇ, ਜਿਨ੍ਹਾਂ ਨੂੰ ਕਿਸੇ ਕਿਸਮ ਦੀ ਰੈਗੂਲੇਟਰੀ ਅਥਾਰਟੀ ਦੀ ਜ਼ਰੂਰਤ ਨਹੀਂ ਹੈ। ਉੱਥੇ ਅਨੇਕਾਂ ਗਿਣਤੀ ਦੇ ਵਿੱਚ ਟਰੈਕਟਰ, ਅਨੇਕਾਂ ਗਿਣਤੀ ਦੇ ਵਿੱਚ ਕਾਰਾਂ, ਅਨੇਕਾਂ ਗਿਣਤੀ ਦੇ ਵਿੱਚ ਲੋਕਾਂ ਦੇ ਰਹਿਣ ਦਾ ਇੰਤਜ਼ਾਮ, ਇਸ ਪ੍ਰਕਾਰ 5 ਲੱਖ ਲੋਕ ਜਿਹੜੇ ਨੇ ਉਹ ਬਿਨਾਂ ਕਿਸੇ ਰੈਗੂਲੇਟਰੀ ਅਥਾਰਟੀ ਤੋਂ ਡਿਸਿਪਲਿਨ ਦੇ ਵਿੱਚ ਰਹਿ ਰਹੇ ਨੇ, ਜੋ ਕਿ ਆਪਣੇ ਆਪ ਦੇ ਵਿੱਚ ਇੱਕ ਯੂਨੀਕ ਵਰਤਾਰਾ ਹੈ। ਔਰ ਇਹ ਜਿਹੜਾ ਵਰਤਾਰਾ ਹੈ ਇਹ ਮੈਨੇਜਮੈਂਟ ਦੇ ਵਿਦਿਆਰਥੀਆਂ ਵਾਸਤੇ ਇੱਕ ਕੇਸ ਸਟੱਡੀ ਬਣਦਾ ਹੈ ਕਿ 5 ਲੱਖ ਲੋਕ ਕਿਸ ਪ੍ਰਕਾਰ ਇਕੱਠੇ ਹੋਏ ਨੇ, ਉਹਨਾਂ ਦੇ ਰਹਿਣ ਸਹਿਣ ਦਾ ਇੰਤਜ਼ਾਮ, ਉਹਨਾਂ ਦੇ ਨਹਾਉਣ ਧੋਣ ਦਾ ਇੰਤਜ਼ਾਮ, ਉਹਨਾਂ ਦੇ ਲੰਗਰ ਦਾ ਇੰਤਜ਼ਾਮ, ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਇਹ ਆਪਣੇ ਆਪ ਦੇ ਵਿੱਚ ਇੱਕ ਵੱਖਰੇ ਕਿਸਮ ਦਾ ਵਿਸ਼ਾ ਹੈ। ਸੋ ਸਾਡੇ ਜਿਹੜੇ ਵਿਦਿਆਰਥੀ ਨੇ ਉਹ ਪ੍ਰਿੰਸੀਪਲ ਡਾਕਟਰ ਹਰਪ੍ਰੀਤ ਸਿੰਘ ਦੀ ਅਗਵਾਈ ਦੇ ਵਿੱਚ ਕੁਝ ਸਟਾਫ ਮੈਂਬਰ ਤੇ ਕੁਝ ਵਿਦਿਆਰਥੀ ਜਿਹੜੇ ਨੇ ਉਹ ਉੱਥੇ ਨਿੱਜੀ ਰੂਪ ਦੇ ਵਿੱਚ ਜਾਣਗੇ ਤੇ ਉੱਥੋਂ ਦੇ ਸਾਰੇ ਜਿਹੜੇ ਸਿਸਟਮ ਨੇ ਉਹਨਾਂ ਨੂੰ ਸਟੱਡੀ ਕਰਕੇ ਉਸ ਦੇ ਉੱਪਰ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਇਸ ਨੂੰ ਪੁਸਤਕ ਦੀ ਸ਼ੇਪ ਦੇ ਵਿੱਚ ਜਾਂ ਕੇਸ ਸਟੱਡੀ ਦੇ ਤੌਰ ਤੇ ਇਸ ਨੂੰ ਲੋਕਾਂ ਦੇ ਸਾਹਮਣੇ ਪੇਸ਼ ਕਰ ਸਕੀਏ। ਇਹ ਆਪਣੇ ਆਪ ਦੇ ਵਿੱਚ ਇੱਕ ਯੂਨੀਕ ਐਕਸਪੀਰੀਅੰਸ ਹੋਏਗਾ ਬੱਚਿਆਂ ਵਾਸਤੇ ਵੀ, ਅਧਿਆਪਕਾਂ ਵਾਸਤੇ ਵੀ, ਜਿਹੜਾ ਕਿ ਡਾਕਟਰ ਹਰਪ੍ਰੀਤ ਸਿੰਘ ਦੀ ਅਗਵਾਈ ਦੇ ਵਿੱਚ ਅਸੀਂ ਕਰਨ ਜਾ ਰਹੇ ਹਾਂ। ਮੈਂ ਆਸ ਕਰਦਾ ਕਿ ਅਸੀਂ ਇਸ ਦੇ ਵਿੱਚੋਂ ਜਿੱਥੇ ਆਪਣੇ ਵਿਦਿਆਰਥੀਆਂ ਵਾਸਤੇ ਕੋਈ ਨਵੀਂ ਜਿਹੜੀ ਲੀਹ ਹੈ ਉਹ ਪੈਦਾ ਕਰ ਸਕਾਂਗੇ ਕੇਸ ਸਟੱਡੀ ਦੀ ਜੀ, ਉੱਥੇ ਅਸੀਂ ਸ਼ਾਇਦ ਦੁਨੀਆ ਦੇ ਸਾਹਮਣੇ
ਇਸ ਕਿਸਮ ਦਾ ਇੱਕ ਵੱਖਰਾ ਜਿਹੜਾ ਵਰਤਾਰਾ ਹੈ ਉਸ ਦਾ ਇੱਕ ਸਾਇੰਟੀਫਿਕ ਜਿਹੜਾ ਆਸਪੈਕਟ ਹੈ ਉਹਨੂੰ ਪੇਸ਼ ਕਰ ਸਕਣ ਦੇ ਸਮਰੱਥ ਹੋਵਾਂਗੇ। ਥੈਂਕ ਯੂ ਸਰ, ਸਾਨੂੰ ਬਹੁਤ ਵਧੀਆ ਲੱਗਿਆ ਤੁਹਾਡੇ ਵਿਚਾਰ ਸੁਣ ਕੇ। ਹੁਣ ਮੈਂ ਰਿਕੁਐਸਟ ਕਰਦੀ ਹਾਂ ਪ੍ਰਿੰਸੀਪਲ ਡਾਕਟਰ ਹਰਪ੍ਰੀਤ ਸਿੰਘ ਜੀ ਨੂੰ ਕਿ ਉਹ ਆਪਣੇ ਵਿਚਾਰ ਪੇਸ਼ ਕਰਨ। ਜੋ ਇਹ ਦਿੱਲੀ ਵਿੱਚ ਸਟਰਗਲ ਹੋ ਰਿਹਾ ਕਿਸਾਨਾਂ ਵੱਲੋਂ, ਇਹ ਕੋਈ ਇਨਸੀਡੈਂਟ ਨਹੀਂ ਹੈ, ਇਹ ਹਿਸਟਰੀ ਇਨ ਮੇਕਿੰਗ ਹੈ। ਜੇ ਦੇਖਿਆ ਜਾਵੇ ਤਾਂ ਕੋਈ ਵੀ ਛੋਟਾ ਜਿਹਾ ਟਾਊਨ ਹੁੰਦਾ ਤਾਂ ਉਹਦੀ ਕੋਈ ਜਨਸੰਖਿਆ 4 ਤੋਂ 5 ਲੱਖ 6 ਲੱਖ ਤੱਕ ਦੀ ਹੁੰਦੀ ਹੈ। ਵੱਡੇ ਸ਼ਹਿਰ 10 ਲੱਖ ਤੱਕ ਮੰਨੇ ਜਾਂਦੇ ਨੇ। ਪਰ ਜੇ ਇੰਨੀ ਡਾਇਨਾਮਿਕ ਪਲੈਨਿੰਗ ਹੋਈ ਹੋਵੇ ਔਰ 5 ਲੱਖ ਬੰਦਾ ਕੁਝ ਦਿਨਾਂ ਵਿੱਚ ਇੱਕ ਥਾਂ ਤੇ ਇਕੱਠਾ ਹੋ ਜਾਵੇ ਤਾਂ ਤੁਸੀਂ ਦੇਖ ਕੇ ਦੇਖੋਗੇ ਇੱਕ ਟਾਊਨ ਨੂੰ ਕਿੰਨਾ ਕੁਝ ਚਾਹੀਦਾ। ਉਸੇ ਤਰ੍ਹਾਂ ਉੱਥੇ 5 ਲੱਖ ਬੰਦਿਆਂ ਨੂੰ ਜੋ ਬੇਸਿਕ ਰਿਕੁਆਇਰਮੈਂਟਸ ਨੇ ਉਹ ਮੈਨੇਜ ਕੀਤੀਆਂ ਗਈਆਂ, ਕਰਾਊਡ ਮੈਨੇਜ ਕੀਤਾ ਗਿਆ, ਡਿਸਪਲਿਨ ਮੈਨੇਜਮੈਂਟ ਹੋਈ। ਇਸ ਤੋਂ ਇਲਾਵਾ ਜਿਵੇਂ ਸਰ ਦੱਸ ਰਹੇ ਸੀਗੇ ਕਿ ਵੀ ਵਹੀਕਲਸ ਦੀ ਮੈਨੇਜਮੈਂਟ ਕੀਤੀ। ਹੁਣ ਬਹੁਤ ਸਾਰਾ ਫੰਡ ਚਾਹੀਦਾ, ਉਹ ਕਮਿਊਨਿਟੀ ਪਲੈਨਿੰਗ ਹੋ ਰਹੀ ਹੈ। ਸੋ ਇੱਕ ਤਰ੍ਹਾਂ ਦੀ ਸੌਰਟ ਆਫ ਟਾਊਨ ਪਲੈਨਿੰਗ ਹੈ, ਪੂਰੀ ਕਮਿਊਨਿਟੀ ਮੈਨੇਜਮੈਂਟ ਉੱਥੇ ਹੋ ਰਹੀ ਹੈ। ਫੋਰਨ ਤੋਂ ਫੰਡਸ ਆ ਰਹੇ ਨੇ, ਰਿਲੇਸ਼ਨਸ਼ਿਪ ਬਣ ਰਹੇ ਨੇ। ਇੱਕ ਹੋਰ ਬੜੀ ਵੱਡੀ ਜੋ ਚੀਜ਼ ਹੋ ਰਹੀ ਹੈ ਕਿ ਵੀ ਸ਼ਾਇਦ ਅਰਬਨ ਔਰ ਰੂਰਲ ਏਰੀਆਜ਼ ਦਾ ਡਿਵਾਈਡ ਘਟ ਰਿਹਾ ਹੈ। ਫਿਰ ਰੂਰਲ ਏਰੀਆਜ਼ ਦੇ ਵਿੱਚ ਵੀ ਜੋ ਪੋਲੀਟੀਕਲ ਲਾਈਨ ਜਾਂ ਸੋਸ਼ਲ ਆਸਪੈਕਟਸ ਤੇ ਜਾਂ ਈਵਨ ਕਾਸਟਿਜ਼ਮ ਆਸਪੈਕਟਸ ਤੇ ਜੋ ਉੱਥੇ ਡਿਵੀਜ਼ਨ ਸੀਗੀਆਂ, ਸ਼ਾਇਦ ਉਹ ਬੜੀਆਂ ਯੂਨੀਫਾਈ ਹੋ ਰਹੀਆਂ ਨੇ। ਸੋ ਇੱਕ ਬੜੀਆਂ ਸੋਸ਼ਲ ਟਰਾਂਸਫਾਰਮੇਸ਼ਨ ਵੀ ਆ ਰਹੀਆਂ ਨੇ। ਦੂਸਰੇ ਪਾਸੇ ਜਿਹੜਾ ਯੰਗ ਫਾਰਮਰ ਜਿਹੜਾ ਕਿਸੇ ਹਾਲਤ ਵਿੱਚ ਖੇਤੀ ਤੋਂ ਦੂਰ ਜਾ ਰਿਹਾ ਸੀ, ਜਾਂ ਆਪਾਂ ਇਹ ਕਹਿ ਲਈਏ ਕਿ ਕਿਸਾਨ ਆਪਣੇ ਬੇਟੇ ਨੂੰ ਕਿਸਾਨ ਨਹੀਂ ਸੀ ਬਣਾਉਣਾ ਚਾਹੁੰਦਾ, ਤੇ ਦੂਸਰਾ ਕਿਸਾਨ ਨੂੰ ਸ਼ਾਇਦ ਆਪਣੇ ਏਸੈਟਸ ਦੀ ਵੈਲਿਊ ਇੰਨੀ ਚੰਗੀ ਤਰ੍ਹਾਂ ਪਹਿਲਾਂ ਨਹੀਂ ਸੀ ਪਤਾ। ਹੁਣ ਹੋ ਸਕਦਾ ਹੈ ਕਿ ਵੀ ਇਹਦੇ ਵਿੱਚ ਬਹੁਤ ਸਾਰੀਆਂ ਪੋਜ਼ਿਟਿਵ ਚੀਜ਼ਾਂ ਵੀ ਐਮਰਜ ਹੋਣ ਕਿ ਯੰਗ ਫਾਰਮਰ ਆਪ ਖੇਤੀ ਕਰਨ ਲੱਗ ਜਾਏ, ਲੇਬਰ ਜੋ ਦੂਸਰੀ ਇੰਟਰਸਟੇਟ ਲੇਬਰ ਹੈ ਉਹਦੇ ਤੇ ਡਿਪੈਂਡੈਂਸ ਘਟ ਜਾਏ, ਆਪਣੀ ਫੈਮਿਲੀ ਲੇਬਰ ਦੀ ਕੰਜ਼ੰਪਸ਼ਨ ਜ਼ਿਆਦਾ ਵੱਧ ਜਾਏ। ਜਾਂ ਇਹਦੇ ਵਿੱਚੋਂ ਹੋਰ ਵੀ ਹੋ ਸਕਦਾ ਹੈ ਕਿ ਵੀ ਐਗਰੀ ਬਿਜ਼ਨਸ ਦੇ ਇੱਕ ਨਵੇਂ ਮਾਡਲਸ ਡਿਵੈਲਪ ਹੋ ਕੇ ਆ ਜਾਣ। ਹੁਣ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਜਿਵੇਂ ਹੁਣ ਨਵੀਆਂ ਚੀਜ਼ਾਂ ਜੋ ਚੱਲ ਰਹੀਆਂ ਨੇ ਕਿ ਵੀ ਜੋ ਵੀ ਐਗਰੀਕਲਚਰ ਪ੍ਰੋਡਕਸ਼ਨ ਹੈ ਉਸ ਨੂੰ ਰॉ ਨਹੀਂ ਵੇਚਣਾ, ਫਾਰਮਰ ਲੈਵਲ ਤੇ ਹੀ ਖੇਤ ਦੇ ਵਿੱਚ ਵੀ ਐਟਲੀਸਟ ਪ੍ਰਾਇਮਰੀ ਪ੍ਰੋਸੈਸਿੰਗ ਕਰਕੇ ਹੀ ਵੇਚਣਾ। ਹੁਣ ਮਤਲਬ ਕਣਕ ਨਹੀਂ ਵੇਚਣੀ, ਕਣਕ ਦਾ ਆਟਾ ਬਣਾ ਕੇ ਵੇਚਣਾ ਤੇ ਉਹਨੂੰ ਵੀ ਹੋ ਸਕੇ ਤਾਂ ਬ੍ਰਾਂਡਿੰਗ ਕਰਕੇ ਵੇਚਣਾ ਐਂਡ ਸੋ ਔਨ। ਸੋ ਹੋ ਸਕਦਾ ਹੈ ਕਿ ਵੀ ਇਹਦੇ 'ਚ ਇੱਕ ਨਵੀਂ ਚੀਜ਼ ਪੈਦਾ ਹੋਏ ਕਿ ਵੀ ਗਵਰਨਮੈਂਟ ਤੇ ਡਿਪੈਂਡੈਂਸ ਘਟ ਜਾਏ। ਈਵਨ ਕਾਰਪੋਰੇਟ ਸੈਕਟਰ ਜਿਹੜਾ ਹੈ ਉਹ ਹੋ ਸਕਦਾ ਕਿ ਐਗਰੀਕਲਚਰ ਹੀ ਇੰਡਸਟਰੀਲਾਈਜ਼ ਹੋ ਜਾਏ ਕਿਸੇ ਵੇਲੇ ਜਾ ਕੇ, ਕਿਉਂਕਿ ਪੰਜਾਬ ਦਾ ਫਾਰਮਰ ਜੇ ਖਾਸ ਤੌਰ ਤੇ ਹਰਿਆਣੇ ਦਾ ਫਾਰਮਰ ਜਾਂ ਹੋਰ ਨਾਰਥ ਇੰਡੀਆ ਵਿੱਚ ਜਿੱਥੇ ਫਾਰਮਿੰਗ ਚੱਲ ਰਹੀ ਹੈ ਉਹ ਐਕਸਪੈਰੀਮੈਂਟ ਕਰਨ ਤੋਂ ਕਦੇ ਵੀ ਪਿੱਛੇ ਨਹੀਂ ਹਟਦਾ ਤੇ ਉਹ ਐਕਸਪੈਰੀਮੈਂਟ ਆਪਣੇ ਖੇਤ ਤੋਂ ਆਪਣੀ ਕਾਬਲੀਅਤ ਦੇ ਨਾਲ ਹੀ ਲਗਾਉਂਦਾ। ਸੋ ਇਹੋ ਜਿਹਾ ਬਹੁਤ ਸਾਰਾ ਕੁਝ ਉੱਥੇ ਹੋ ਰਿਹਾ ਹੈ। ਐਜੂਕੇਸ਼ਨ ਦੀਆਂ ਚੇਂਜਸ ਆ ਰਹੀਆਂ ਨੇ, ਫਾਰਮਰ ਦੀ ਜੋ ਨਵੀਆਂ ਕ੍ਰੌਪਸ ਦੀ ਗੱਲ ਆ ਰਹੀ ਹੈ। ਹੁਣ ਉੱਥੇ ਫਾਰਮਰ ਜਿਹੜੇ ਆ ਦੂਸਰੇ ਇਜ਼ਰਾਈਲ ਜਾਂ ਹੋਰ ਕੰਟਰੀ ਵਿੱਚ ਦੇ ਬਾਰੇ ਪੜ੍ਹਨਾ ਸਿੱਖ ਗਏ, ਇੱਕ ਦੂਜੇ ਬਾਰੇ ਚਰਚਾ ਚੱਲ ਰਿਹਾ ਕਿ ਉਹਨਾਂ ਕੰਟਰੀ ਵਿੱਚ ਵੀ ਐਗਰੀਕਲਚਰ ਕਿਉਂ ਜ਼ਿਆਦਾ ਹੈ, ਉੱਥੇ ਕੀ ਹੋ ਰਿਹਾ, ਅਸੀਂ ਕੀ ਕਰ ਸਕਦੇ ਹਾਂ, ਸੋ ਔਨ। ਸੋ ਮੈਨੂੰ ਲੱਗਦਾ ਕਿ ਬਹੁਤ ਸਾਰੀਆਂ ਚੀਜ਼ਾਂ ਕਾਊਂਟਰ ਪ੍ਰੋਡਕਟਿਵ ਵੀ ਹੋਣਗੀਆਂ ਜੇ ਇਹਨੂੰ ਅਸੀਂ ਮੈਨੇਜਰਲ ਆਸਪੈਕਟ ਨਾਲ ਦੇਖੀਏ ਕਿ ਵੀ ਰਿਸੋਰਸ ਪਲੈਨਿੰਗ ਹੋਏਗੀ, ਐਂਟਰਪ੍ਰੀਨਿਓਰਸ਼ਿਪ ਮੈਨੇਜਮੈਂਟ ਹੋਏਗੀ, ਕਰਾਊਡ ਮੈਨੇਜਮੈਂਟ ਹੋਏਗੀ, ਡਿਸਪਲਿਨ ਮੈਨੇਜਮੈਂਟ ਹੋਏਗੀ, ਈਵਨ ਕਿ ਸਪੇਸ਼ਲ ਅਰੇਂਜਮੈਂਟ ਪਲੈਨਿੰਗ ਹੋਏਗੀ ਐਂਡ ਸੋ ਔਨ। ਸੋ ਮੈਨੇਜਮੈਂਟ ਦੇ ਆਸਪੈਕਟਸ ਦੇ ਨਾਲ ਜੇ ਸੋਚ ਕੇ ਦੇਖਿਆ ਜਾਏ ਤਾਂ 20-25 ਆਸਪੈਕਟਸ ਬਣ ਸਕਦੇ ਨੇ ਜਿੱਥੇ ਅਸੀਂ ਕੰਮ ਕਰ ਸਕਦੇ ਹਾਂ। ਸੋ ਜਦੋਂ ਅਸੀਂ ਸਾਰੇ ਇਸ ਵਿਚਾਰ ਕਰ ਸਕਦੇ ਸੀ ਤਾਂ ਅਸੀਂ ਸੋਚਿਆ ਕਿ ਵੀ ਇਸ ਸਟਰਗਲ ਨੂੰ ਅਸੀਂ ਇੱਕ ਰਿਸਰਚ ਆਸਪੈਕਟ ਦੇ ਪੁਆਇੰਟ ਆਫ ਵਿਊ ਤੇ ਉਹਨੂੰ ਐਕੈਡੈਮਿਕ ਫਰੰਟ ਦੇ ਪੁਆਇੰਟ ਆਫ ਵਿਊ ਤੇ ਕਿਸ ਤਰ੍ਹਾਂ ਅਸੈਸ ਕੀਤਾ ਜਾ ਸਕਦਾ ਤੇ ਉਹਨੂੰ ਅਸੀਂ ਕੋਈ ਕੇਸ ਸਟੱਡੀ ਦੀ ਫਾਰਮ ਦੇ ਵਿੱਚ ਜਾਂ ਮਿਨੀ ਕੇਸਿਸ ਦੇ ਪੁਆਇੰਟ ਆਫ ਵਿਊ ਤੇ ਇੱਕ ਬੁੱਕਲੈਟ ਦੇ ਪੁਆਇੰਟ ਆਫ ਵਿਊ ਤੇ ਬਣਾਇਆ ਜਾਏ। ਤੇ ਮੈਨੂੰ ਲੱਗਦਾ ਹੈ ਕਿ ਵੀ ਜੇ ਤੁਸੀਂ ਵੱਡੇ ਤੋਂ ਵੱਡੇ ਬਿਜ਼ਨਸ ਸਕੂਲ ਵਿੱਚ ਜਾ ਕੇ ਦੇਖੋ, ਉੱਥੋਂ ਦੀਆਂ ਕੇਸ ਸਟੱਡੀਜ਼ ਜਾ ਕੇ ਦੇਖੋ ਤੇ ਇਹੋ ਜਿਹੀਆਂ ਕੇਸ ਸਟੱਡੀਜ਼ ਤੁਹਾਨੂੰ ਉੱਥੇ ਪਹਿਲਾਂ ਨਹੀਂ ਮਿਲਣਗੀਆਂ ਜਿਹੜੀਆਂ ਕਿ ਹੁਣ ਡਿਵੈਲਪ ਹੋ ਰਹੀਆਂ ਨੇ ਇਸ ਥਾਂ ਤੇ ਹੀ ਆ ਕੇ। ਸੋ ਮੈਨੂੰ ਲੱਗਦਾ ਹੈ ਕਿ ਵੀ ਆਪਣੇ ਆਪ ਦੇ ਵਿੱਚ ਇੱਕ ਸਿਲੇਬਸ ਤਿਆਰ ਹੋ ਰਿਹਾ ਹੈ ਜਿੱਥੇ ਲੋਕੀ ਪੜ੍ਹ ਸਕਣਗੇ ਇਹਨਾਂ ਚੀਜ਼ਾਂ ਨੂੰ ਤੇ ਹੋਰ ਬਹੁਤ ਸਾਰੀਆਂ ਸੇਧ ਲੈ ਸਕਣਗੇ। ਸੋ ਸਾਨੂੰ ਐਜ਼ ਐਨ ਇੰਸਟੀਟਿਊਸ਼ਨ ਲੱਗਿਆ ਕਿ ਕਿਉਂ ਨਾ ਅਸੀਂ ਇੱਕ ਆਪਣੇ ਇੰਸਟੀਟਿਊਸ਼ਨ ਵੱਲੋਂ ਇਹਨੂੰ ਇੱਕ ਐਕੈਡੈਮਿਕ ਪ੍ਰੋਜੈਕਟ ਲੈ ਕੇ ਇੱਕ ਨਵੇਂ ਤਰੀਕੇ ਦੇ ਨਾਲ ਕੰਮ ਕਰਕੇ ਦੇਖਿਆ ਜਾਵੇ ਕਿ ਕੀ ਪੋਜ਼ੀਟਿਵਸ ਔਰ ਨੈਗੇਟਿਵਸ ਆ ਰਹੇ ਨੇ ਔਰ ਪੋਜ਼ੀਟਿਵ ਕਿਵੇਂ ਪੋਜ਼ੀਟਿਵ ਹੋਰ ਕੀਤੇ ਜਾ ਸਕਦੇ ਨੇ, ਨੈਗੇਟਿਵਸ ਨੂੰ ਕਿਵੇਂ ਰਿਡਿਊਸ ਕੀਤਾ ਜਾ ਸਕਦਾ ਔਰ ਫਾਈਨਲੀ ਸ਼ਾਇਦ ਇਹਦੇ ਵਿੱਚ ਕੋਈ ਯੂ ਨੈਵਰ ਨੋ ਕਿ ਵੀ ਕੱਲ੍ਹ ਨੂੰ ਕੋਈ ਪਾਲਿਸੀ ਫਾਰਮੂਲੇਸ਼ਨ ਵੀ ਹੋ ਸਕਦੀ ਹੋਵੇ ਜਾਂ ਕੁਛ ਵੀ ਹੋ ਸਕਦਾ। ਸੋ ਇਹੋ ਜਿਹਾ ਅਸੀਂ ਕੁਛ ਏਜੰਡਾ ਲੈ ਕੇ ਚੱਲ ਸਕਦੇ ਹਾਂ। ਸ਼ੁਰੂ ਵਿੱਚ ਅਸੀਂ ਕੁਛ ਕੇਸਿਸ ਲਵਾਂਗੇ, ਫਿਰ ਇਹਨਾਂ ਲੌਂਗਰ ਡਿਊਰੇਸ਼ਨ ਇਹਦੇ ਤੇ ਅਸੀਂ ਕੰਮ ਕਰਦੇ ਹੀ ਜਾਵਾਂਗੇ। ਇਹ ਸਾਡਾ ਓਵਰਆਲ ਪਲਾਨ ਹੈ। ਓਕੇ। ਸੋ ਜਿਵੇਂ ਕਿ ਡਾਕਟਰ ਸਾਹਿਬ ਨੇ ਕਿਹਾ, ਮੈਂ ਇਹਨੂੰ ਸਪਲੀਮੈਂਟ ਕਰਨਾ ਚਾਹਾਂਗਾ ਵੀ ਜਦੋਂ ਤੱਕ ਤੁਹਾਡੇ ਕੋਲ ਪ੍ਰਾਇਮਰੀ ਡਾਟਾ ਨਹੀਂ ਹੁੰਦਾ ਤਾਂ ਕੋਈ ਵੀ ਜਿਹੜੀ ਰਿਸਰਚ ਹੈ ਉਸ ਦੀ ਪੋਸੀਬਿਲਿਟੀ ਜਿਹੜੀ ਆ ਉਹ ਨਹੀਂ ਹੁੰਦੀ। ਸੋ ਅਸੀਂ ਕੋਸ਼ਿਸ਼ ਕੀਤੀ ਹੈ ਕਿ ਅਸੀਂ ਜਿਹੜਾ ਪ੍ਰਾਇਮਰੀ ਡਾਟਾ ਹੈ ਉਹਦੀ ਕਲੈਕਸ਼ਨ ਵਾਸਤੇ ਜਿਹੜੀ ਸਾਡੀ ਟੀਮ ਹੈ ਉਹ ਔਨ ਸਾਈਟ ਜਾਏ। ਤੋ ਇਸੇ ਕਰਕੇ ਜਿਹੜੇ ਡਾਕਟਰ ਸਾਹਿਬ ਦੀ ਅਗਵਾਈ ਦੇ ਵਿੱਚ ਜਿਹੜੀ ਟੀਮ ਹੈ ਉਹ ਜਿਹੜੇ ਦਿੱਲੀ ਦੇ ਬਾਰਡਰ ਨੇ ਉਹਨਾਂ ਨੂੰ ਵਿਜ਼ਿਟ ਕਰਨ ਜਾ ਰਹੀ ਹੈ ਔਰ ਸਾਨੂੰ ਖੁਸ਼ੀ ਹੈ ਕਿ ਸਾਨੂੰ ਇਸ ਗੱਲ ਦੀ ਜਿਹੜੀ ਪ੍ਰੇਰਨਾ ਹੈ
ਔਰ ਅਗਵਾਈ ਹੈ ਉਹ ਸਾਡੇ ਮਾਨਯੋਗ ਪ੍ਰਧਾਨ ਜੀ ਡਾਕਟਰ ਐਸ.ਪੀ. ਸਿੰਘ, ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਉਹਨਾਂ ਕੋਲੋਂ ਇਸ ਦਾ ਆਈਡੀਆ ਵੀ ਮਿਲਿਆ, ਪ੍ਰੇਰਨਾ ਵੀ ਮਿਲੀ ਹੈ, ਤੇ ਹੁਣ ਜਿਹੜੀ ਅਗਵਾਈ ਹੈ ਇਸ ਪ੍ਰੋਜੈਕਟ ਨੂੰ ਉਹ ਦੇਣਗੇ। ਤਾਂ ਮੈਨੂੰ ਲੱਗਦਾ ਕਿ ਇਹ ਜਿਹੜਾ ਪ੍ਰੋਜੈਕਟ ਹੈ ਆਪਣੇ ਆਪ ਦੇ ਵਿੱਚ ਇੱਕ ਯੂਨੀਕ ਐਕਸਰਸਾਈਜ਼ ਹੋ ਨਿਬੜੇਗਾ। ਸੋ ਬੜੀ ਖੁਸ਼ੀ ਹੈ ਕਿ ਤੁਸੀਂ ਸਾਨੂੰ ਇਸ ਕੰਮ ਲਈ ਆਪਣੇ ਵਿਚਾਰ ਸਾਂਝੇ ਕਰਨ ਵਾਸਤੇ ਇੱਥੇ ਬੁਲਾਇਆ। ਥੈਂਕ ਯੂ ਸੋ ਮਚ ਸਰ, ਸਾਨੂੰ ਬਹੁਤ ਵਧੀਆ ਲੱਗਿਆ ਕਿ ਤੁਸੀਂ ਆਪਣੇ ਬਿਜ਼ੀ ਸ਼ਡਿਊਲ ਵਿੱਚੋਂ ਸਾਡੇ ਲਈ ਟਾਈਮ ਕੱਢਿਆ। ਅਸੀਂ ਬੈਸਟ ਵਿਸ਼ੇਸ ਦਿੰਦੇ ਹਾਂ ਸਾਡੀ ਟੀਮ ਵੱਲੋਂ ਕਿ ਤੁਹਾਡੀ ਰਿਸਰਚ ਤੇ ਵਿਜ਼ਿਟ ਉੱਥੇ ਦੀ ਜ਼ਰੂਰ ਸਕਸੈਸਫੁਲ ਹੋਵੇ। ਸਾਥੀਓ, ਹਾਜ਼ਰ ਹੋਵਾਂਗੇ ਇੱਕ ਨਵੇਂ ਟੌਪਿਕ ਦੇ ਨਾਲ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।